ਆਪਰੇਟਿੰਗ ਸਿਸਟਮ ਦੀਆਂ ਗੱਲਾਂ ਆਪਾਂ ਕਰਨੀਆਂ ਸੀਗੀਆਂ। ਆਪਰੇਟਿੰਗ ਸਿਸਟਮ ਦੀਆਂ ਟਾਈਪਸ ਦੇ ਵਿੱਚ ਆਪਰੇਟਿੰਗ ਸਿਸਟਮ, ਵਾਟ ਇਜ਼ ਆਪਰੇਟਿੰਗ ਸਿਸਟਮ ਐਂਡ ਗਿਵ ਇਟਸ ਟਾਈਪਸ। ਆਪਰੇਟਿੰਗ ਸਿਸਟਮ ਕੀ ਹੈ ਬੜੀ ਕਲੀਅਰਲੀ ਆਪਾਂ ਦੱਸ ਚੁੱਕੇ ਹਾਂ। ਇੱਕ ਗੱਲ ਕਰਦੇ ਹਾਂ ਰੀਅਲ ਟਾਈਮ ਆਪਰੇਟਿੰਗ ਸਿਸਟਮ ਦੀ ਟਾਈਪ ਹੈ। ਰੀਅਲ ਟਾਈਮ ਆਪਰੇਟਿੰਗ ਸਿਸਟਮ ਇੱਦਾਂ ਦਾ ਆਪਰੇਟਿੰਗ ਸਿਸਟਮ ਜਿਹੜਾ ਮਸ਼ੀਨ 'ਚ ਯੂਜ਼ ਹੁੰਦਾ, ਜਿਵੇਂ ਫਾਰ ਐਗਜ਼ਾਮਪਲ ਆਪਣੇ ਏਸੀ ਨੇ ਜਾਂ ਆਪਣੇ ਟੀਵੀਜ਼ ਨੇ ਜਾਂ ਬਹੁਤ ਸਾਰੀਆਂ ਇੱਦਾਂ ਦੀਆਂ ਡਿਵਾਈਸਿਸ ਨੇ, ਈਵਨ ਵਾਸ਼ਿੰਗ ਮਸ਼ੀਨਸ ਨੇ ਜਿਹੜੀਆਂ ਇਲੈਕਟ੍ਰੋਨਿਕ, ਉਹਨਾਂ ਦੇ ਵਿੱਚ ਸਰਕਟ ਹੈ, ਉਹਦੇ ਵਿੱਚ ਵੀ ਆਪਰੇਟਿੰਗ ਸਿਸਟਮ ਹੈ। ਇੱਦਾਂ ਦੇ ਆਪਰੇਟਿੰਗ ਸਿਸਟਮ ਜਿਹੜੇ ਮਸ਼ੀਨ 'ਚ ਯੂਜ਼ ਹੁੰਦੇ ਨੇ ਜਿਹਦਾ ਇੰਟਰਫੇਸ ਬੜਾ ਲਿਮਟਿਡ ਹੈ, ਉਹਦਾ ਕੰਮ ਵੀ ਇੱਕ ਲਿਮਟਿਡ ਹੀ ਆ, ਬਸ ਉਹਦਾ ਕੋਈ ਰਿਮੋਟ ਹੈ, ਉਹ ਰਿਮੋਟ ਦੀਆਂ ਗੱਲਾਂ ਹੀ ਸੁਣਦਾ ਆ, ਜਾਂ ਉਹਦੇ 'ਤੇ ਕੋਈ ਇੰਟਰਫੇਸ ਬਟਨ ਨੇ ਅਪ ਡਾਊਨ ਕਰਨ ਵਾਲੇ, ਉਹ ਬਟਨਾਂ ਨੂੰ ਹੀ ਸਿਰਫ ਸਮਝਦੇ ਨੇ। ਤਾਂ ਉੱਦਾਂ ਦੇ ਜਿਹੜੇ ਆਪਰੇਟਿੰਗ ਸਿਸਟਮ ਨੇ ਉਹਨੂੰ ਆਪਾਂ ਰੀਅਲ ਟਾਈਮ ਆਪਰੇਟਿੰਗ ਸਿਸਟਮ ਕਹਿੰਦੇ ਹਾਂ। ਜਿਹੜੇ ਆਪਣੇ ਕੰਪਿਊਟਰ 'ਚ ਅਸੀਂ ਯੂਜ਼ ਕਰਦੇ ਹਾਂ ਆਪਰੇਟਿੰਗ ਸਿਸਟਮ, ਉਹ ਕਿਹੜੇ ਨੇ? ਉਹ ਨੇ ਮਲਟੀਟਾਸਕਿੰਗ ਆਪਰੇਟਿੰਗ ਸਿਸਟਮ। ਅਤੇ ਇਹ ਸਿੰਗਲ ਟਾਸਕ ਆਪਰੇਟਿੰਗ ਸਿਸਟਮ ਪੁਰਾਣੀ ਗੱਲ ਹੋ ਚੁੱਕੀ ਆ। ਉਦੋਂ ਹੁੰਦੀ ਸੀ ਜਿਸ ਵੇਲੇ ਡੌਸ ਯੂਜ਼ ਹੁੰਦੀ ਸੀ। ਡੌਸ ਵੀ ਦੋ ਕਿਸਮ ਦੀ ਆ, ਇੱਕ MS ਡੌਸ ਹੈ, ਮਾਈਕਰੋਸਾਫਟ ਡੌਸ। ਅੱਜ ਕੱਲ੍ਹ ਆਪਾਂ ਯੂਜ਼ ਕਰਦੇ ਹਾਂ ਵਿੰਡੋਜ਼, ਉਹ ਵੀ MS ਵਿੰਡੋਜ਼, ਮਾਈਕਰੋਸਾਫਟ ਵਿੰਡੋਜ਼। ਮਾਈਕਰੋਸਾਫਟ ਕੰਪਨੀ ਨੇ ਵਿੰਡੋਜ਼ ਤੋਂ ਪਹਿਲਾਂ ਡੌਸ ਆਪਰੇਟਿੰਗ ਸਿਸਟਮ ਤਿਆਰ ਕੀਤਾ ਸੀ। PC ਡੌਸ ਹੈ, ਪਰਸਨਲ ਕੰਪਿਊਟਰ ਡੌਸ, ਇਹ IBM ਕੰਪਨੀ ਨੇ ਬਣਾਈ ਸੀ। ਦੋਨੋਂ ਇੱਕੋ ਜਿਹੀਆਂ ਨੇ, ਦੋਨਾਂ ਦਾ ਕੰਮ ਸੇਮ ਇੱਕੋ ਜਿਹਾ ਸੀਗਾ। ਇਹ ਆਪਰੇਟਿੰਗ ਸਿਸਟਮ ਸਿੰਗਲ ਟਾਸਕ ਸੀਗਾ, ਇੱਕ ਹੀ ਯੂਜ਼ਰ ਕੰਮ ਕਰੂਗਾ, ਇੱਕ ਹੀ ਟਾਸਕ ਐਟ ਏ ਟਾਈਮ ਚੱਲੂਗਾ। ਆਪਾਂ 2 ਜਾਂ 3 ਮਲਟੀਟਾਸਕਿੰਗ ਨਹੀਂ ਸੀ ਕਰ ਸਕਦੇ। ਜਿਹੜੇ ਹੁਣ ਦੇ ਆਪਰੇਟਿੰਗ ਸਿਸਟਮ ਤੁਸੀਂ ਯੂਜ਼ ਕਰਦੇ ਹੋ ਉਹ 'ਚ ਮਲਟੀਟਾਸਕਿੰਗ ਯੂਜ਼ ਹੁੰਦੀ ਹੈ। ਕਿਵੇਂ ਕਿ ਤੁਸੀਂ ਵਰਡ ਖੋਲ੍ਹ ਲਿਆ, ਉਹਨੂੰ ਬਿਨਾਂ ਬੰਦ ਕੀਤੇ ਨਾਲ ਦੀ ਨਾਲ ਹੀ ਐਕਸਲ ਖੋਲ੍ਹ ਲਈ, ਉਹਨੂੰ ਬਿਨਾਂ ਬੰਦ ਕੀਤੇ ਨਾਲ ਦੀ ਨਾਲ ਪੇਂਟ ਖੋਲ੍ਹ ਲਿਆ, ਉਹਨੂੰ ਬਿਨਾਂ ਬੰਦ ਕੀਤੇ ਨਾਲ ਦੀ ਨਾਲ ਐਕਸਪਲੋਰਰ ਖੋਲ੍ਹ ਲਿਆ। ਵੀ ਕੈਨ ਡੂ ਮੈਨੀ ਥਿੰਗਸ ਸਾਈਮਲਟੇਨੀਅਸਲੀ। ਇਹ ਜਿਹੜਾ ਆਪਰੇਟਿੰਗ ਸਿਸਟਮ ਇਹਨੂੰ ਮਲਟੀਟਾਸਕਿੰਗ ਕਹਿੰਦੇ ਆ, ਸਿੰਗਲ ਯੂਜ਼ਰ। ਆਪਾਂ ਨੇ ਇੱਥੇ ਯੂਜ਼ ਨਹੀਂ ਕੀਤਾ। ਇੱਦਾਂ ਦੇ ਆਪਰੇਟਿੰਗ ਸਿਸਟਮ ਵੀ ਨੇ ਜਿਹਨੂੰ ਕਹਿੰਦੇ ਆ ਮਲਟੀ ਯੂਜ਼ਰ। ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਕਿਵੇਂ ਦਾ ਹੁੰਦਾ ਹੈ, ਮੈਂ ਤੁਹਾਨੂੰ ਇਮੈਜੀਨੇਸ਼ਨ ਕਰ ਲਿਓ ਦਿਖਾਉਂਦਾ। ਜਿਵੇਂ ਉਹਦੇ ਵਿੱਚ ਕੀ ਆ, CPU ਇੱਕ ਹੈ, ਇੱਕ CPU ਦੇ ਨਾਲ ਮੈਨੀ ਟਰਮੀਨਲਸ, ਇੱਕ CPU ਨਾਲ ਮੈਨੀ ਟਰਮੀਨਲਸ ਕਨੈਕਟਡ ਨੇ। ਟਰਮੀਨਲ ਕਿਹਨੂੰ ਕਹਿੰਦੇ ਆ? ਟਰਮੀਨਲ ਦਾ ਮਤਲਬ ਹੈ ਕੀਬੋਰਡ, ਮਾਊਸ ਅਤੇ ਮੋਨੀਟਰ, ਯਾਨੀ ਇਨਪੁਟ ਆਊਟਪੁੱਟ ਵਾਈਜ਼ ਕਨੈਕਟਡ ਨੇ। CPU ਇੱਕ ਹੈ, ਹਾਰਡ ਡਿਸਕ ਇੱਕ ਹੈ, ਆਪਰੇਟਿੰਗ ਸਿਸਟਮ ਵੀ ਇੱਕ ਹੈ। ਅਤੇ ਉੱਥੇ ਫਿਰ ਕੀ ਹੈ, ਜਦੋਂ ਟਰਮੀਨਲਸ ਮੰਨ ਲਓ ਇੱਕ CPU ਦੇ ਨਾਲ 4 ਟਰਮੀਨਲ ਲੱਗੇ ਹੋਏ ਨੇ, ਤਾਂ 4 ਅਲੱਗ-ਅਲੱਗ ਵਿਅਕਤੀ ਇੱਕ ਹੀ ਸਮੇਂ ਇੱਕ ਹੀ ਕੰਪਿਊਟਰ ਨੂੰ ਯੂਜ਼ ਕਰ ਸਕਦੇ ਨੇ। ਇੱਦਾਂ ਦੇ ਜਿਹੜੇ ਸਿਸਟਮਸ ਨੇ ਉਹਨੂੰ ਮਲਟੀ ਯੂਜ਼ਰ ਸਿਸਟਮ ਕਹਿ ਦਿੰਦੇ ਆ, ਮਲਟੀ ਯੂਜ਼ਰ ਕੰਪਿਊਟਰਸ ਕਹਿ ਦਈਏ ਆਪਾਂ। ਔਰ ਉਹਦਾ ਜਿਹੜਾ ਆਪਰੇਟਿੰਗ ਸਿਸਟਮ ਆ ਵਿੰਡੋਜ਼ ਨਹੀਂ ਹੋਊਗਾ, ਉਹਦੇ 'ਚ ਆਪਰੇਟਿੰਗ ਸਿਸਟਮ ਵੀ ਸਪੈਸ਼ਲੀ ਇੱਦਾਂ ਦਾ ਹੋਊਗਾ ਜਿਹੜਾ ਮਲਟੀ ਯੂਜ਼ਰਸ ਨੂੰ ਕੰਮ ਦੇ ਸਕੂਗਾ, ਮਲਟੀ ਯੂਜ਼ਰਸ ਨੂੰ ਸਰਵਿਸ ਦੇ ਸਕੂਗਾ। ਤੋ ਇੱਦਾਂ ਦੇ ਆਪਰੇਟਿੰਗ ਸਿਸਟਮ ਜਿਹੜੇ ਮਲਟੀ ਯੂਜ਼ਰ 'ਚ ਯੂਜ਼ ਹੁੰਦੇ ਨੇ ਉਹਨਾਂ ਨੂੰ ਆਪਾਂ ਕਹਿ ਦਈਏ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ। ਜਿਹੜਾ ਵਿੰਡੋਜ਼ ਹੈ ਇਹ ਮਲਟੀ ਯੂਜ਼ਰ ਨਹੀਂ ਹੈ, ਇਹ ਸਿੰਗਲ ਯੂਜ਼ਰ ਹੈ, ਬਟ ਮਲਟੀ ਟਾਸਕਿੰਗ ਹੈ। ਇਸ ਤੋਂ ਅੱਗੇ ਆਪਾਂ ਟੌਪਿਕ 'ਤੇ ਆ ਗਏ, ਸਿਸਟਮ ਕਾਲ ਕੀ ਹੁੰਦੀ ਹੈ। ਇਹਦੇ 'ਚ ਇੰਨੀ ਕੁ ਗੱਲ ਸੀਗੀ ਕਿ ਜਦੋਂ ਅਸੀਂ ਕੰਪਿਊਟਰ ਤੋਂ ਕੰਮ ਲੈਂਦੇ ਹਾਂ ਤਾਂ ਆਪਰੇਟਿੰਗ ਸਿਸਟਮ ਨੂੰ ਕਿਸ ਟਾਈਪ ਦੀਆਂ ਕਾਲਸ ਆਉਂਦੀਆਂ ਨੇ, ਆਪਰੇਟਿੰਗ ਸਿਸਟਮ ਨੂੰ ਕਿੱਦਾਂ ਦੀਆਂ ਕਾਲਾਂ ਪੈਂਦੀਆਂ ਨੇ। ਜਿਵੇਂ ਆਪਰੇਟਿੰਗ ਸਿਸਟਮ ਕਿਹੜੇ ਕੰਮ ਕਰਦਾ ਹੈ, ਉਹੀ ਗੱਲ ਹੈਗੀ। ਪ੍ਰੋਸੈਸ ਕੰਟਰੋਲ ਕਰਨਾ, ਪ੍ਰੋਸੈਸ ਦਾ ਮਤਲਬ ਜਿਹੜਾ ਪ੍ਰੋਗਰਾਮ ਸਟਾਰਟ ਹੋਇਆ ਉਹਨੂੰ ਇਹਨੇ ਫੜਨਾ, ਉਹਨੂੰ ਐਗਜ਼ੀਕਿਊਟ ਕਰਕੇ ਛੱਡ ਦੇਣਾ। ਫਾਈਲ ਮੈਨੇਜਮੈਂਟ, ਡਿਸਕ ਦੇ ਵਿੱਚ ਫਾਈਲ ਸਟੋਰ ਕਰਨੀ ਜਾਂ ਫਾਈਲ ਓਪਨ ਕਰਨੀ ਜਾਂ ਫਾਈਲ ਡਿਲੀਟ ਕਰਨੀ ਜਾਂ ਫਾਈਲ ਦਾ ਨਾਮ ਬਦਲਣਾ, ਡਿਸਕ ਨਾਲ ਮੈਨੇਜਮੈਂਟ ਵੀ ਆਪਰੇਟਿੰਗ ਸਿਸਟਮ ਦੇ ਥਰੂ ਹੁੰਦੀ ਹੈ। ਡਿਵਾਈਸ ਮੈਨੇਜਮੈਂਟ, ਜਿਵੇਂ ਪ੍ਰਿੰਟਰ ਹੈ, ਮੋਨੀਟਰ ਹੈ, ਕੀਬੋਰਡ ਹੈ, ਇਹਨਾਂ ਡਿਵਾਈਸਿਸ ਨੂੰ ਕੰਟਰੋਲ ਕਰਨਾ ਉਹ ਵੀ ਆਪਰੇਟਿੰਗ ਸਿਸਟਮ ਦੀ ਹੀ ਰਿਸਪੋਂਸੀਬਿਲਿਟੀ ਹੈ। ਇਨਫੋਰਮੇਸ਼ਨ ਮੇਨਟੇਨੈਂਸ ਵੀ ਆਪਰੇਟਿੰਗ ਸਿਸਟਮ ਦੀ ਹੀ ਰਿਸਪੋਂਸੀਬਿਲਿਟੀ ਹੈ। ਕਮਿਊਨੀਕੇਸ਼ਨ ਨੈਟਵਰਕ ਦੇ ਵਿੱਚ ਜਦੋਂ ਅਸੀਂ ਕਿਸੇ ਇੱਕ ਕੰਪਿਊਟਰ ਦੂਜੇ ਕੰਪਿਊਟਰ ਨੂੰ ਕੰਮ ਦੇਣਾ ਆ, ਉਹਨੂੰ ਕੋਈ ਕਮਾਂਡ ਦੇਣੀ ਆ, ਕੋਈ ਮੈਸੇਜ ਦੇਣਾ ਆ ਜਾਂ ਕੋਈ ਮੈਸੇਜ ਰਿਸੀਵ ਕਰਨਾ ਆ, ਉਹ ਵੀ ਆਪਰੇਟਿੰਗ ਸਿਸਟਮ ਦੀ ਹੀ ਰਿਸਪੋਂਸੀਬਿਲਿਟੀ ਹੈ। ਆਪਰੇਟਿੰਗ ਸਿਸਟਮ ਦੀਆਂ ਜਿੰਨੀਆਂ ਕੰਮ ਨੇ ਉਨੇ ਤਰ੍ਹਾਂ ਦੀਆਂ ਹੀ ਸਿਸਟਮ ਕਾਲਸ ਨੇ, ਉੱਦਾਂ ਦੀ ਕਾਲਸ ਆਪਰੇਟਿੰਗ ਸਿਸਟਮ ਨੂੰ ਜਾਂਦੀ ਆ ਤਾਂ ਆਪਰੇਟਿੰਗ ਸਿਸਟਮ ਉਹ ਕੰਮ ਕਰਦਾ ਆ। ਇਸ ਤੋਂ ਅੱਗੇ ਹਾਰਡਵੇਅਰ ਕੀ ਹੈ, ਮੈਨੇਜਿੰਗ ਹਾਰਡਵੇਅਰ ਇਨ ਆਪਰੇਟਿੰਗ ਸਿਸਟਮ। ਤੁਸੀਂ ਵਿੰਡੋਜ਼ ਤਾਂ ਇੱਥੇ ਸਿੱਖੀਆਂ ਹੋਈਆਂ ਨੇ, ਯੂਜ਼ ਕਰਦੇ ਹੀ ਹੋ। ਜੇ ਨਹੀਂ ਅਗਰ ਪੂਰੀਆਂ ਸਿੱਖੀਆਂ ਤਾਂ ਤੁਹਾਡੇ ਕੋਰਸ ਵਿੱਚ ਆਉਣੀਆਂ ਚਾਹੀਦੀਆਂ ਨੇ। ਅਸੀਂ ਉਹਦੇ ਵਿੱਚ ਸਿੱਖ ਲੈਂਦੇ ਹਾਂ ਕਿ ਜੇ ਮੰਨ ਲਓ ਇੱਕ ਨਵਾਂ ਪ੍ਰਿੰਟਰ ਲਿਆਂਦਾ, ਉਸ ਪ੍ਰਿੰਟਰ ਨੂੰ ਕਿੱਦਾਂ ਆਪਾਂ ਆਪਣੇ ਕੰਪਿਊਟਰ 'ਚ ਯੂਜ਼ ਕਰੀਏ। ਨਵਾਂ ਪ੍ਰਿੰਟਰ
ਕੰਪਿਊਟਰ 'ਚ ਯੂਜ਼ ਕਰਨ ਵਾਸਤੇ ਆਪਾਂ ਨੂੰ ਪ੍ਰਿੰਟਰ ਦਾ ਸੌਫਟਵੇਅਰ ਇੰਸਟਾਲ ਕਰਨਾ ਪਊਗਾ। ਇਕੱਲੇ ਪ੍ਰਿੰਟਰ ਦੀ ਗੱਲ ਨਹੀਂ, ਜਿੰਨੇ ਵੀ ਕੰਪਿਊਟਰ ਦੇ ਡਿਵਾਈਸ ਨੇ, ਚਾਹੇ ਉਹ ਕੀਬੋਰਡ ਹੈ, ਚਾਹੇ ਮਾਊਸ ਹੈ, ਚਾਹੇ ਪੈਨ ਡਰਾਈਵ ਹੈ, ਚਾਹੇ ਮੋਨੀਟਰ ਹੈ, ਜਾਂ ਈਚ ਐਂਡ ਐਵਰੀ ਡਿਵਾਈਸ ਜਦੋਂ ਵੀ ਕੋਈ ਕੰਪਿਊਟਰ 'ਚ ਯੂਜ਼ ਹੁੰਦਾ ਆ, ਹਰ ਕੰਪਿਊਟਰ 'ਚ ਉਹ ਡਿਵਾਈਸ ਵਾਸਤੇ ਲਾਜ਼ਮੀ ਸੌਫਟਵੇਅਰ ਦਾ ਪੀਸ ਵੀ ਹੈ। ਔਰ ਸੌਫਟਵੇਅਰ ਦਾ ਅਗਰ ਕੋਈ ਹੈ ਤਾਂ ਉਹ ਹਾਰਡਵੇਅਰ ਯੂਜ਼ ਹੋਊਗਾ, ਬਿਨਾਂ ਸੌਫਟਵੇਅਰ ਤੋਂ ਹਾਰਡਵੇਅਰ ਯੂਜ਼ ਨਹੀਂ ਹੁੰਦਾ। ਤੋ ਆਪਰੇਟਿੰਗ ਸਿਸਟਮ ਸੌਫਟਵੇਅਰ ਦੇ ਥਰੂ ਹਾਰਡਵੇਅਰ ਨਾਲ ਇੰਟਰੈਕਟ ਕਰਦਾ ਆ। ਤੋ ਹਾਰਡਵੇਅਰ ਦੇ ਡਿਵਾਈਸ ਡਰਾਈਵਰ ਨੂੰ ਇੰਸਟਾਲ ਕਰਨ ਦਾ ਪ੍ਰੋਸੈਸ ਵੈਰੀ ਆਪਾਂ ਪ੍ਰੈਕਟੀਕਲੀ ਕਰ ਚੁੱਕੇ ਹਾਂ, ਇਹਨੂੰ ਆਪਾਂ ਬਾਈਪਾਸ ਵੀ ਕਰ ਸਕਦੇ ਹਾਂ। ਨੈਕਸਟ ਆਹ ਗੱਲਾਂ ਫਿਰ ਰਿਪੀਟ ਹੋਣ ਵਾਲੀਆਂ ਨੇ। ਵਟ ਆਰ ਆਪਰੇਟਿੰਗ ਸਿਸਟਮ ਫੰਕਸ਼ਨਸ, ਮੈਂ ਇਸ ਤੋਂ ਪਿਛਲੀ ਕਲਾਸ 'ਚ ਵੀ ਦੱਸ ਚੁੱਕਿਆ ਸੀਗਾ। ਤੁਸੀਂ ਬਹੁਤ ਚੰਗੀ ਤਰ੍ਹਾਂ ਵਿੰਡੋਜ਼ ਯੂਜ਼ ਕਰਦੇ ਹੀ ਹੋ, ਵਿੰਡੋਜ਼ ਦੇ ਜਿਹੜੇ ਫੰਕਸ਼ਨਸ ਨੇ ਉਹੀ ਆਪਰੇਟਿੰਗ ਸਿਸਟਮ ਦੇ ਫੰਕਸ਼ਨਸ ਨੇ, ਕਿਉਂਕਿ ਵਿੰਡੋਜ਼ ਵੀ ਤਾਂ ਇੱਕ ਆਪਰੇਟਿੰਗ ਸਿਸਟਮ ਹੀ ਹੈ। ਕੰਪਿਊਟਰ ਨੂੰ ਸਟਾਰਟ ਕਰਨਾ ਇਹਦਾ ਫੰਕਸ਼ਨ ਹੈ। ਬੇਸਿਕ ਕੰਪਿਊਟਰ ਦੇ ਟਾਸਕਸ ਨੂੰ ਪਰਫੋਰਮ ਕਰਨਾ, ਜਿੱਦਾਂ ਕਿ ਕੰਪਿਊਟਰ ਦੇ ਜਿਹੜੇ ਡਿਵਾਈਸਿਸ ਨੇ ਉਹਨਾਂ ਤੋਂ ਇੰਸਟਰਕਸ਼ਨ ਲੈਣੀ, ਕੰਮ ਕਰਕੇ ਰਿਜ਼ਲਟ ਦੇਣਾ। ਯੂਜ਼ਰ ਇੰਟਰਫੇਸ ਵੀ ਆਪਰੇਟਿੰਗ ਸਿਸਟਮ ਕਰਕੇ ਹੀ ਮਿਲਦਾ ਆ। ਅਤੇ ਕੰਪਿਊਟਰ ਦੇ ਜਿਹੜੇ ਰਿਸੋਰਸਿਸ ਨੇ, ਕੰਪਿਊਟਰ ਦੇ ਡਿਵਾਈਸਿਸ ਨੂੰ ਜਿਵੇਂ ਰੈਮ ਯੂਜ਼ ਕਰਨੀ ਆ, ਹਾਰਡ ਡਿਸਕ ਯੂਜ਼ ਕਰਨੀ ਹੈ, ਉਹ ਯੂਜ਼ ਕਰਨਾ ਵੀ ਕੰਪਿਊਟਰ ਦੇ ਆਪਰੇਟਿੰਗ ਸਿਸਟਮ ਦੇ ਕਰਕੇ ਹੀ ਹੁੰਦਾ ਆ। ਫਾਈਲ ਮੈਨੇਜਮੈਂਟ ਵੀ ਆਪਰੇਟਿੰਗ ਸਿਸਟਮ ਹੀ ਕਰਦਾ ਆ। ਫਾਈਲ ਨੂੰ ਸੇਵ ਕਰਨਾ ਆ ਤਾਂ ਡਿਸਕ ਦੇ ਨਾਲ ਇਹਦੀ ਇੰਟਰੈਕਸ਼ਨ ਹੈ, ਡਿਸਕ ਦੇ ਵਿੱਚ ਫਾਈਲ ਰੱਖਣਾ ਇਹਨੇ ਆ, ਡਿਸਕ ਤੋਂ ਫਾਈਲ ਪੜ੍ਹਨੀ ਵੀ ਇਹਨੇ ਹੈ। ਆਪਾਂ ਪਹਿਲਾਂ ਹੋ ਚੁੱਕਿਆ ਆਪਣਾ ਸਿੰਗਲ ਯੂਜ਼ਰ ਅਤੇ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ। ਸਿੰਗਲ ਯੂਜ਼ਰ ਸਿੰਗਲ ਟਾਸਕ, ਸਿੰਗਲ ਯੂਜ਼ਰ ਮਲਟੀ ਟਾਸਕ, ਇਹਦੇ ਬਾਰੇ ਡਿਸਕਸ਼ਨ ਅੱਜ ਦੀ ਕਲਾਸ 'ਚ ਉੱਪਰ ਹੋ ਚੁੱਕੀ ਹੈ। ਇੱਥੇ ਰਿਪੀਟ ਕੁਐਸਚਨ ਹੋਣਾ ਗਿਆ। ਯੂਜ਼ਰ ਇੰਟਰਫੇਸ ਕੀ ਹੈ? ਯੂਜ਼ਰ ਇੰਟਰਫੇਸ, ਇਹਨੂੰ ਹੁਣ ਮੈਂ ਐਂ ਕਰਦਾ, ਕੱਲ੍ਹ ਸਹੀ ਗ੍ਰਾਫਿਕ ਯੂਜ਼ਰ ਇੰਟਰਫੇਸ ਜਿਹੜਾ ਸਾਨੂੰ ਵਿੰਡੋਜ਼ 'ਚ ਇੰਟਰਫੇਸ ਦਿਖਦਾ ਆ, ਇਹਨੂੰ ਗ੍ਰਾਫਿਕ ਯੂਜ਼ਰ ਇੰਟਰਫੇਸ ਹੀ ਕਹਿੰਦੇ ਆ। ਕਿੱਦਾਂ ਮੈਂ ਇਹਨੂੰ ਮਿਨੀਮਾਈਜ਼ ਕਰਕੇ, ਜਿਵੇਂ ਆ ਫਾਈਲਾਂ ਦੇ ਨਾਮ ਵੀ ਦਿਖ ਰਹੇ ਨਾ, ਨਾਲ ਨਾਲ ਆਈਕਨ ਦਿਖਦੀ ਹੈ। ਜਦੋਂ ਆਪਾਂ ਕੋਈ ਕਮਾਂਡ ਚਲਾਉਣੀ ਹੈ ਜਾਂ ਕੋਈ ਫਾਈਲ ਓਪਨ ਕਰਨੀ ਹੈ ਤਾਂ ਫਾਈਲ ਦੇ ਉੱਤੇ ਮਾਊਸ ਲੈ ਕੇ ਡਬਲ ਕਲਿੱਕ ਕਰ ਦਿੰਦੇ ਹਾਂ, ਫਾਈਲ ਓਪਨ ਹੋ ਜਾਂਦੀ ਹੈ। ਸਾਨੂੰ ਲਿਖਣਾ ਨਹੀਂ ਪੈਂਦਾ, ਆਪਾਂ ਪੁਆਇੰਟਿੰਗ ਨਾਲ ਹੀ, ਮਾਊਸ ਦੇ ਨਾਲ ਹੀ ਉਹ ਕੰਮ ਬਹੁਤਾ ਕਰੀ ਜਾ ਸਕਦੇ ਹਾਂ। ਜਿਵੇਂ ਇਸ ਤੋਂ ਇਲਾਵਾ ਇਹਨੂੰ ਮੈਂ ਮਿਨੀਮਾਈਜ਼ ਕਰਦਾ, ਪਿੱਛੇ ਡੈਸਕਟਾਪ ਦੇ ਉੱਤੇ ਆਹ ਸਕਰੀਨ 'ਤੇ ਆਹ ਕਮਾਂਡਾਂ ਨੇ, ਜਾਂ ਸਟਾਰਟ ਬਟਨ 'ਤੇ ਕਲਿੱਕ ਕਰਦੇ ਹਾਂ ਤਦ ਆਪਾਂ ਨੂੰ ਆਹ ਲਿਸਟ ਮਿਲਦੀ ਹੈ। ਇਹ ਸਾਰਾ ਜਿਹੜਾ ਇੰਟਰਫੇਸ ਆ ਅੱਜ ਕੱਲ੍ਹ ਜਿਹੜਾ ਆਪਾਂ ਯੂਜ਼ ਕਰਦੇ ਹਾਂ, ਤੁਸੀਂ ਯੂਜ਼ ਹੀ ਕੀਤਾ, ਤੁਹਾਡੇ ਵਾਸਤੇ ਇੰਟਰਫੇਸ ਹੀ ਇਕੱਲਾ ਇਹੀ ਹੈ। ਇਸ ਤੋਂ ਪਹਿਲਾਂ ਜਦੋਂ ਮੈਂ ਕਦੇ ਯੂਜ਼ ਕੀਤਾ ਹੋਇਆ ਤਾਂ ਮੈਨੂੰ ਇੰਟਰਫੇਸ ਇਹ ਨਹੀਂ ਸੀ ਮਿਲਦਾ। ਮੈਨੂੰ ਇੰਟਰਫੇਸ ਮਿਲਦਾ ਸੀਗਾ, ਉਹਨੂੰ ਆਪਾਂ ਕਹਿੰਦੇ ਸੀਗੇ ਕਮਾਂਡ ਲਾਈਨ ਇੰਟਰਫੇਸ, ਜਾਂ ਉਹਨੂੰ ਟੈਕਸਟ ਇੰਟਰਫੇਸ ਵੀ ਕਹਿ ਦਿੰਦੇ ਆ, CUI ਕਰੈਕਟਰ ਯੂਜ਼ਰ ਇੰਟਰਫੇਸ, ਜਾਂ ਕਮਾਂਡ ਲਾਈਨ ਇੰਟਰਫੇਸ CLI। ਉਹ 'ਚ ਕੀ ਹੁੰਦਾ ਸੀਗਾ, ਜਦੋਂ ਅਸੀਂ ਆਪਣੇ ਕੰਪਿਊਟਰ ਨੂੰ ਔਨ ਕਰਦੇ ਸੀਗੇ ਇੱਦਾਂ ਦੀ ਸਕਰੀਨ ਨਹੀਂ ਸੀ ਆਉਂਦੀ। ਹੁਣ ਵੀ ਉਹ ਸਕਰੀਨ ਹੈਗੀ ਆ। ਆਪਾਂ ਕਮਾਂਡ ਪ੍ਰੋਂਪਟ ਸਟਾਰਟ ਮੈਨੂ ਦੇ ਨਾ, ਆਹ ਕਮਾਂਡ ਪ੍ਰੋਂਪਟ ਇਹ ਪੁਰਾਣੀ ਹੋਈ ਆ, ਯਾਦ ਪਈ ਆ ਸਾਡੀ। ਜਦੋਂ ਉਹਨੂੰ ਕਲਿੱਕ ਕਰਦੇ ਹਾਂ ਤਾਂ ਆਹ ਇੰਟਰਫੇਸ ਆ ਗਿਆ। ਇਸ ਇੰਟਰਫੇਸ 'ਚ ਕੀ ਹੁੰਦਾ ਸੀ ਕਿ ਇੱਕ ਮਾਊਸ ਤਾਂ ਹੁੰਦੇ ਨਹੀਂ ਸੀਗੇ ਉਦੋਂ ਜਦੋਂ ਆਪਾਂ ਕੰਪਿਊਟਰ ਨੂੰ ਸਵਿਚ ਔਨ ਕਰਦੇ ਹਾਂ, ਆਪਣੇ ਆਪ ਹੀ ਉਹ 'ਚ ਆਪਰੇਟਿੰਗ ਸਿਸਟਮ, ਉਹਨੂੰ ਡੌਸ ਕਹਿੰਦੇ ਸੀਗੇ, ਉਹ ਸਟਾਰਟ ਹੋ ਗਿਆ। ਡੌਸ ਆਪਰੇਟਿੰਗ ਸਿਸਟਮ ਸਟਾਰਟ ਹੋਣ ਤੋਂ ਬਾਅਦ ਆਹ ਸਕਰੀਨ ਆ ਜਾਂਦੀ ਸੀ। ਇੱਥੇ ਆਪਾਂ ਕਮਾਂਡ ਟਾਈਪ ਕਰਕੇ ਕੰਪਿਊਟਰ ਤੋਂ ਕੰਮ ਲੈਂਦੇ ਸੀ। ਜਿਹੜੀ ਕਮਾਂਡ ਵੀ ਚਲਾਉਣੀ ਆ ਉਹ ਕਮਾਂਡ ਦਾ ਕੋਈ ਨਾ ਕੋਈ ਟੈਕਸਟ ਹੁੰਦਾ ਸੀ, ਕੋਈ ਕਮਾਂਡ ਬਣਦੀ ਸੀ। ਜਿਵੇਂ ਆਪਾਂ C ਵਿੱਚ ਕਮਾਂਡ ਟਾਈਪ ਕਰਕੇ ਉਹ ਕੰਮ ਕੰਪਿਊਟਰ ਤੋਂ ਲੈਂਦੇ ਹਾਂ, ਇੱਦਾਂ ਇੱਥੇ ਵੀ ਕਮਾਂਡਾਂ ਟਾਈਪ ਕਰਦੇ ਸੀਗੇ। ਅਤੇ ਲਿਸਟ ਨਹੀਂ ਸੀ ਆਉਂਦੀ ਕਮਾਂਡਾਂ ਦੀ, ਜਾਂ ਲਿਸਟ ਮਿਲਦੀ ਵੀ ਸੀ ਤਾਂ ਲਿਸਟ ਵੀ ਕਮਾਂਡ ਦੇ ਕੇ ਮਿਲਦੀ ਸੀ। ਜਿਵੇਂ DIR ਕਮਾਂਡ ਦਿੰਦੇ ਹਾਂ, ਇਹ DIR ਕਮਾਂਡ ਅੱਜ ਵੀ ਚੱਲਦੀ ਹੈ। ਕਮਾਂਡ ਦਿੰਦੇ ਹਾਂ ਤਾਂ ਇਹ ਕੀ ਕਰੂਗਾ, ਡਾਇਰੈਕਟਰੀ ਮਤਲਬ ਫਾਈਲਾਂ ਦੀ ਲਿਸਟ ਦਿਖਾਊਗਾ, ਕਿਹੜੀਆਂ ਫਾਈਲਾਂ ਜਾਂ ਕਿਹੜੇ ਕੰਟੈਂਟ ਇੱਥੇ ਪਏ ਨੇ। ਮੈਂ ਐਂਟਰ ਦਬਿਆ, ਡਿਸਕ ਦੇ ਵਿੱਚ ਜੋ ਫਾਈਲਾਂ, ਜੋ ਫੋਲਡਰਸ ਪਈਆਂ ਨੇ ਦਿਖਣ ਲੱਗੀਆਂ। DIR ਲਿਖਿਆ ਹੋਇਆ ਸਾਰਿਆਂ ਦੇ ਨਾਲ ਨਾ, ਇੱਥੇ ਮਾਊਸ ਮੈਂ ਲੈ ਕੇ ਜਾਂਦਾ, ਜਿਵੇਂ ਇੱਥੇ ਲਿਖਿਆ ਹੋਇਆ DIR। DIR ਨਾਮ ਦੇ ਮੂਹਰੇ ਲਿਖਿਆ, ਇਹਦਾ ਮਤਲਬ ਕਿ ਇਹ ਡਾਇਰੈਕਟਰੀ ਹੈ, ਮਤਲਬ ਫੋਲਡਰ ਹੈ। ਅਤੇ ਜੇ ਫਾਈਲ ਹੋਵੇ ਤਾਂ ਫਿਰ ਫਾਈਲ 'ਤੇ ਇੱਥੇ DIR ਨਹੀਂ ਲਿਖਿਆ ਹੋਊਗਾ, ਇਨਸਟੈਡ ਆਫ DIR ਦੇ ਸਾਈਜ਼ ਲਿਖਿਆ ਹੋਊਗਾ। ਜਿਵੇਂ ਮੈਂ ਦਿਖਾਉਣਾ, ਮੈਂ ਐਵੇਂ ਦਿਖਾਉਣਾ, ਫਾਰ ਐਗਜ਼ਾਮਪਲ ਇੱਥੇ ਇੱਕ ਕਮਾਂਡ ਹੁੰਦੀ ਸੀ CD ਬੈਕਸਲੈਸ਼, ਇਹਨੂੰ ਮਿਨੀਮਾਈਜ਼ ਕਰ ਦਈਏ, CD ਬੈਕਸਲੈਸ਼। ਆਪਾਂ ਇਸ ਵੇਲੇ ਨਾ PC13 ਨਾਮ ਦੀ ਫੋਲਡਰ ਦੇ ਵਿੱਚ ਆ, ਆਪਾਂ ਇਸ ਵੇਲੇ PC13 ਨੰਬਰ ਆ ਫੋਲਡਰ ਦਾ ਨਾਮ ਉਹ 'ਚ ਬੈਠੇ ਆ। CD ਬੈਕਸਲੈਸ਼ ਨਾਲ ਆਪਾਂ ਫੋਲਡਰ ਤੋਂ ਬਾਹਰ ਮੇਨ 'ਤੇ ਆ ਗਏ, ਮਤਲਬ C ਕਾਲਮ 'ਤੇ ਆ ਗਏ। ਇਹ C ਕੀ ਆ, ਇਹ ਹਾਰਡ ਡਿਸਕ ਹੈ। ਜੇ ਮੈਂ D ਕਾਲਮ ਲਿਖ ਕੇ ਐਂਟਰ ਕਰੂੰਗਾ, D ਖੁੱਲ੍ਹੂਗੀ। ਇਹ ਕਮਾਂਡਾਂ
ਇਹਨੂੰ ਆਪਾਂ ਡੌਸ ਦੀਆਂ ਕਮਾਂਡਾਂ ਕਹਿੰਦੇ ਆ, ਇਹਨੂੰ ਡੌਸ ਕਹਿ ਦਿੰਦੇ ਆ, ਇਹ ਪੁਰਾਣਾ ਸਿਸਟਮ ਹੈ। ਇਸ ਤਰ੍ਹਾਂ ਦੇ ਇੰਟਰਫੇਸ ਨੂੰ ਆਪਾਂ CLI ਕਮਾਂਡ ਲਾਈਨ ਇੰਟਰਫੇਸ ਜਾਂ ਕਰੈਕਟਰ ਯੂਜ਼ਰ ਇੰਟਰਫੇਸ CUI ਇਹ ਕਹਿ ਦਿੰਦੇ ਆ। ਮੈਂ ਇਹਨੂੰ ਬੰਦ ਕਰ ਦਿੰਦਾ, ਐਗਜ਼ਿਟ ਕਮਾਂਡ ਹੈ ਇੱਥੇ, ਐਗਜ਼ਿਟ ਨਾਲੇ ਬੰਦ ਹੋ ਜਾਂਦਾ ਆ। ਵਾਪਸ ਆਉਂਦੇ ਆ ਜੀ, ਤੁਹਾਨੂੰ ਇੱਥੋਂ ਇਹ ਗੱਲ ਕਲੀਅਰ ਹੋ ਗਈ GUI ਕੀ ਹੈ ਔਰ ਇਹਦਾ ਕੰਟਰਾਸਟ CLI ਕੀ ਹੈ, ਕਮਾਂਡ ਲਾਈਨ ਇੰਟਰਫੇਸ। ਇਸ ਤੋਂ ਬਾਅਦ ਹੁਣ ਆਪਾਂ ਆ ਵੀ ਗੱਲ ਇੱਕ ਵਾਰੀ ਦੁਬਾਰਾ ਕਰ ਲੈਂਦੇ ਹਾਂ, ਕੱਲ ਰਿਕਾਰਡਿੰਗ ਸੀ ਹੋਈ। ਸੈਟਿੰਗ ਆਫ ਫੋਕਸ, ਜਿੱਦਾਂ ਵਿੰਡੋਜ਼ ਮੈਨੀ ਖੁੱਲ੍ਹੀਆਂ ਹੋਣ ਇੱਕ ਦੂਜੇ ਦੇ ਉੱਪਰ, ਜਿਹੜੀ ਵਿੰਡੋ ਕਰੰਟ ਹੈ ਉੱਪਰ ਹੁੰਦੀ ਹੈ, ਆਪਾਂ ਹੇਠੋਂ ਕੋਈ ਵਿੰਡੋ ਉੱਪਰ ਲੈ ਕੇ ਆਉਣੀ ਹੋਵੇ ਤਾਂ ਉਹਨੂੰ ਆਪਾਂ ਕਹਿ ਦਈਏ, ਮਤਲਬ ਕਿ ਜਿਸ ਵਿੰਡੋ 'ਚ ਕਰਸਰ ਉਹਨੂੰ ਫੋਕਸ ਕਹਿ ਦਿੰਦੇ ਆ। ਸੈਟਿੰਗ ਆਫ ਫੋਕਸ ਕੀ ਹੈ, ਜੇ ਕਿਸੇ ਵਿੰਡੋ ਨੀਚੇ ਵਾਲੀ ਨੂੰ ਉੱਪਰ ਲੈ ਕੇ ਆਉਣਾ ਹੋਵੇ ਤਾਂ ਉੱਤੇ ਕਲਿੱਕ ਕਰ ਦਿਓ, ਉਹ ਵਿੰਡੋ ਉੱਪਰ ਆ ਜਾਊਗੀ, ਉਹ 'ਚ ਫੋਕਸ ਆ ਜਾਊਗਾ। ਅਤੇ ਇਸ ਤੋਂ ਬਾਅਦ ਆ ਐਕਸਟਰਮ ਵਿੰਡੋ ਕੀ ਹੈ, ਜਿੱਦਾਂ ਹੁਣੇ ਮੈਂ ਦਿਖਾਇਆ ਸੀਗਾ ਕਮਾਂਡ ਪ੍ਰੋਂਪਟ, ਇਹ ਸੀਗਾ ਡੌਸ ਦਾ, ਵਿੰਡੋਜ਼ ਦਾ ਪੁਰਾਣਾ, ਨਹੀਂ ਕਹਿ ਲਓ ਵਿੰਡੋਜ਼ ਦੇ ਪੂਰਵਜ ਨੇ ਡੌਸ। ਇੱਦਾਂ ਹੀ ਲਿਨਕਸ ਇੱਕ ਆਪਰੇਟਿੰਗ ਸਿਸਟਮ ਆ, ਉਹਦੇ ਪੂਰਵਜ ਨੇ, ਉਹਨੂੰ ਆਪਾਂ ਯੂਨਿਕਸ ਕਹਿੰਦੇ ਸੀਗੇ। ਅੱਜ ਕੱਲ੍ਹ ਲਿਨਕਸ ਯੂਜ਼ ਹੁੰਦੀ ਹੈ, ਵਿੰਡੋਜ਼ ਵਰਗੀ ਹੋਈ ਹੈ। ਇਸ ਤੋਂ ਪਹਿਲਾਂ ਲਿਨਕਸ ਦਾ ਪੁਰਾਣਾ ਰੂਪ ਸੀਗਾ ਯੂਨਿਕਸ, UNIX। ਯੂਨਿਕਸ ਦੇ ਵਿੱਚ ਜਿਹੜਾ ਕਮਾਂਡ ਪ੍ਰੋਂਪਟ ਵਾਲਾ ਪ੍ਰੋਗਰਾਮ ਹੈ ਉਹਨੂੰ ਐਕਸਟਰਮ ਕਹਿੰਦੇ ਆ। ਐਕਸਟਰਮ ਵਿੰਡੋ ਕੀ ਹੁੰਦੀ ਹੈ, ਐਕਸਟਰਮ ਵਿੰਡੋ ਹੀ ਜਿਵੇਂ ਕਮਾਂਡ ਪ੍ਰੋਂਪਟ ਵਾਲੀ ਵਿੰਡੋ ਹੈ, ਇਹਦੇ ਵਿੱਚ ਆਪਾਂ ਕਮਾਂਡ ਟਾਈਪ ਕਰਕੇ ਕੰਪਿਊਟਰ ਤੋਂ ਕੰਮ ਲੈ ਲੈਂਦੇ ਆ। ਯਾਨੀ ਮੈਂ ਅਗੇਨ ਰਿਪੀਟ ਕਰਦਾ, ਆਪਾਂ ਸਟਾਰਟ 'ਤੇ ਕਲਿੱਕ ਕਰਕੇ ਇੱਥੇ ਕਮਾਂਡ ਲਿਖ ਦਿੰਦੇ ਆ, ਇਹ ਵਿੰਡੋਜ਼ ਦੇ ਵਿੱਚ ਕਮਾਂਡ ਪ੍ਰੋਂਪਟ ਹੈ। ਇਸ ਤਰ੍ਹਾਂ ਹੀ ਲਿਨਕਸ ਆਪਰੇਟਿੰਗ ਸਿਸਟਮ ਤੁਹਾਡੇ ਅਗਲੇ ਸਮੈਸਟਰ 'ਚ ਮਿਲੂਗਾ, ਉਹਦੇ ਵਿੱਚ ਵੀ ਇੱਦਾਂ ਦੀ ਹੀ, ਉਹਨੂੰ ਸ਼ੈੱਲ ਕਹਿ ਦਿੰਦੇ ਆ। ਉੱਥੇ ਆਪਾਂ ਕਮਾਂਡ ਦਿੰਦੇ ਹਾਂ ਸ਼ੈੱਲ, ਇੱਥੇ ਤਾਂ ਸ਼ੈੱਲ ਲਿਖਣ ਦੇ ਇੱਥੇ ਹੀ ਕਮਾਂਡ ਆ ਗਈ, ਇਹਨੂੰ ਵੀ ਪਤਾ ਵੀ ਇਹ ਸ਼ੈੱਲ ਹੀ ਹੈ। ਸ਼ੈੱਲ ਵੀ ਲਿਖਿਆ ਤਦ ਵੀ ਇਹ ਕਮਾਂਡ ਖੁੱਲ੍ਹ ਗਈ, ਤਾਂ ਉੱਥੇ ਆਪਾਂ ਕਹਿੰਦੇ ਸ਼ੈੱਲ ਆ, ਜਿਹਨੂੰ ਕਮਾਂਡ ਪ੍ਰੋਂਪਟ ਕਹਿੰਦੇ ਆ, ਉੱਥੇ ਸ਼ੈੱਲ ਕਹਿੰਦੇ ਆ। ਸ਼ੈੱਲ ਦੀ ਜਿਹੜੀ ਵਿੰਡੋ ਨੂੰ ਐਕਸਟਰਮ ਕਹਿੰਦੇ ਆ। ਵਨ ਆਫ ਦੀ ਮੋਸਟ ਇੰਪੋਰਟੈਂਟ ਵਿੰਡੋ ਇਜ਼ ਐਕਸਟਰਮ ਵਿੰਡੋ ਇਨ ਯੂਨਿਕਸ। when a shell program yani command prompt is started, it opens in external window. We can start many instances of shell in different external windows. हाँ इन्हें है किया जिमें आप इतने कमांड खोल ली, एक बारी खुल गई, दोबारा फिर कमांड खोल ली, एक बारी होर खुल गई, आप मैनी टाइम्स भी खोल सकते हैं कमांड प्रॉम्प्ट्स में। इतने भी कमांडा दे सकते हैं, इतने भी कमांडा दे सकते हैं, बट एक विंडो एक्टिव है। जी विंडो एक्टिव है उपर वाली, ਜਿਹਨੂੰ क्लिक करांगे ये एक्टिव होगी, फोकस इतने आ गया। इतों बंद कर सकते हैं, मैं बंद कर देना, इसका काम नहीं को हाले, जस्ट इंट्रोडक्शन सी, जस्ट नॉलेज सी कि एक्सटर्म विंडो इनू कह दें टर्मिनल में। दैन डिफाइन रूट मीनू, ये की है। इन यूनिक्स ऑपरेटिंग सिस्टम राइट क्लिक द डेस्कटॉप टू ओपन मीनू कॉल्ड रूट मीनू। रूट मीनू हैज़ commands for controlling windows. The menus commands may differ depending on the system. The system administrator can add commands to the root menu. These can be window manager operation or commands to open other windows. For example, a new window menu item can open the new external window for you. एक कैलकुलेटर आइटम कैन स्टार्ट एक्सकैल्क, ਇਹਦਾ ਮਤਲਬ ਕੀ ਬਣਿਆ। What is sharing of files also give their types. All your files on Linux file store are private files that are unless you particularly request is no one can access your files. हाँ ਜਿਹੜਾ ਹੈ ਨਾ ਵਿੰਡੋਜ਼ ਦਾ ਆਪਰੇਟਿੰਗ ਸਿਸਟਮ ਹੈ ਅਤੇ ਲਿਨਕਸ ਦਾ ਆਪਰੇਟਿੰਗ ਸਿਸਟਮ ਹੈ, ਇਹਨੇ ਥੋੜ੍ਹਾ ਜਿਹਾ ਫਰਕ ਇਹ ਹੈ ਕੰਪੈਰੇਟਿਵਲੀ ਜਿਹੜਾ ਲਿਨਕਸ ਹੈ ਉਹ ਜ਼ਿਆਦਾ ਸਿਕਿਉਰ ਹੈ। ਲਿਨਕਸ ਜਾਂ ਯੂਨਿਕਸ ਇੱਕੋ ਹੀ ਚੀਜ਼ ਹੈ। ਮੰਨ ਲਓ ਯੂਨਿਕਸ 'ਚ ਮੈਂ ਜਦੋਂ ਵੀ ਆਪਣੀ ਯੂਨਿਕਸ ਇੰਸਟਾਲ ਕਰੂੰਗਾ ਕੰਪਿਊਟਰ ਦੇ ਵਿੱਚ, ਉਹ ਸਾਨੂੰ ਪੁੱਛੂਗਾ ਯੂਜ਼ਰ ਨੇਮ ਕੀ ਹੈ ਅਤੇ ਇਹਦਾ ਪਾਸਵਰਡ ਕੀ ਹੈ। ਇੱਥੇ ਵੀ ਹੈਗਾ ਆਪਸ਼ਨ, ਬਟ ਇੱਥੇ ਆਪਸ਼ਨਲ ਹੈ, ਇੱਥੇ ਮੇ ਬੀ ਆਪਾਂ ਪਾਸਵਰਡ ਨਾ ਵੀ ਦਈਏ। ਯੂਨਿਕਸ ਦੇ ਵਿੱਚ ਜਦੋਂ ਆਪਾਂ ਇੰਸਟਾਲੇਸ਼ਨ ਕਰਦੇ ਹਾਂ ਤਾਂ ਉਦੋਂ ਰੂਟ ਦਾ ਕੋਈ ਯੂਜ਼ਰ ਨੇਮ ਅਤੇ ਪਾਸਵਰਡ ਦੇਣਾ ਕੰਪਲਸਰੀ ਹੁੰਦਾ ਸੀ। ਅਤੇ ਜੇ ਅਗਰ ਮੰਨ ਲਓ ਮੈਂ ਇੱਕ ਯੂਜ਼ਰ ਇਸ ਕੰਪਿਊਟਰ ਨੂੰ ਯੂਜ਼ ਕਰਨ ਵਾਲਾ ਹਾਂ, ਮੈਂ ਯੂਜ਼ਰ ਬਣਾ ਲਿਆ, ਆਪਣਾ ਨਾਮ ਦਿੱਤਾ ਗੁਲਸ਼ਨ, ਪਾਸਵਰਡ ਦਿੱਤਾ ਕੋਈ ਮੰਨ ਲਓ XYZ, ਅਤੇ ਜਿਹੜੀ ਫਾਈਲ ਮੈਂ ਬਣਾਈ ਹੈ ਜਦੋਂ ਮੈਂ ਉਹਨੂੰ ਲੌਗਇਨ ਕਰੂੰਗਾ ਦੈਨ ਮੇਰੀਆਂ ਫਾਈਲਾਂ ਮੈਂ ਹੀ ਯੂਜ਼ ਕਰ ਪਾਊਂਗਾ। ਇੱਕ ਯੂਜ਼ਰ ਹੋਰ ਬਣਾ ਲਿਆ, ਉਹ ਯੂਜ਼ਰ
ਸਪੋਜ਼ ਕਰੋ ਨਿਤਿਸ਼ ਬਣਾ ਲਿਆ, ਉਹਦਾ ਪਾਸਵਰਡ ਹੈ ਨਿਤਿਸ਼ ਮੇਰੀਆਂ ਫਾਈਲਾਂ ਨੂੰ ਯੂਜ਼ ਕਰ ਸਕਦਾ, ਮੈਂ ਨਿਤਿਸ਼ ਦੀਆਂ ਫਾਈਲਾਂ ਨੂੰ ਯੂਜ਼ ਕਰ ਸਕਦਾ। ਇਹਦਾ ਮਤਲਬ ਇਹ ਹੈ ਕਿ ਬਾਏ ਡਿਫਾਲਟ ਹਰ ਯੂਜ਼ਰ ਆਪਣੀ ਆਪਣੀ ਫਾਈਲ ਨੂੰ ਯੂਜ਼ ਕਰ ਸਕਦਾ, ਦੂਜੇ ਦੀ ਫਾਈਲ ਨੂੰ ਯੂਜ਼ ਨਹੀਂ ਕਰ ਸਕਦਾ। ਬਸ਼ਰਤੇ ਜੇ ਮੈਂ ਚਾਹੁੰਦਾ ਕਿ ਮੇਰੀ ਫਾਈਲ ਨੂੰ ਨਿਤਿਸ਼ ਯੂਜ਼ ਕਰ ਸਕੇ ਜਾਂ ਨਿਤਿਸ਼ ਦੀ ਫਾਈਲ ਨੂੰ ਮੈਂ ਯੂਜ਼ ਕਰ ਸਕਾਂ, ਤਾਂ ਉਹਨੂੰ ਸ਼ੇਅਰਿੰਗ ਕਰਨੀ ਪੈਂਦੀ ਆ। ਮੈਂ ਕਹੂੰਗਾ ਕਿ ਆਹ ਫਾਈਲ ਦੇ ਉੱਤੇ ਪਰਮਿਸ਼ਨ ਮਿਲ ਜਾਵੇ ਨਿਤਿਸ਼ ਨੂੰ, ਤਾਂ ਨਿਤਿਸ਼ ਮੇਰੀ ਫਾਈਲ ਨੂੰ ਯੂਜ਼ ਕਰ ਸਕੂਗਾ। ਅਦਰਵਾਈਜ਼ ਨਿਤਿਸ਼ ਨੂੰ ਮੇਰੀ ਫਾਈਲਾਂ ਯੂਜ਼ ਕਰਨ ਦਾ ਕੋਈ ਹੱਕ, ਕੋਈ ਪਰਮਿਸ਼ਨ ਨਹੀਂ ਹੈ। ਸ਼ੇਅਰਿੰਗ ਕਰਨੀ ਜ਼ਰੂਰੀ ਪੈਂਦੀ ਹੈ। ਮਤਲਬ ਫਾਈਲਾਂ ਦੇ ਨਾਮ ਜਿੱਥੇ ਸਟੋਰ ਹੁੰਦੇ ਨੇ, ਨਾਲ ਇਹ ਵੀ ਸਟੋਰ ਹੁੰਦਾ ਕਿ ਇਹਦਾ ਓਨਰ ਕੌਣ ਹੈ, ਇਹਦੇ 'ਤੇ ਕਿਹਨੂੰ ਕਿਹਨੂੰ ਰਾਈਟ ਹੈ ਕਿ ਉਹ ਫਾਈਲ ਨੂੰ ਐਕਸੈਸ ਕਰ ਸਕੇ। ਐਕਸੈਸ ਦੇ ਵੀ ਅੱਗੋਂ ਵੀ ਨੇ ਕਿ ਫਾਈਲ ਮੈਂ ਨਿਤਿਸ਼ ਨੂੰ ਕਹਿਤਾ ਵੀ ਇਹ ਮੇਰੀ ਫਾਈਲ ਨੂੰ ਸਿਰਫ ਰੀਡ ਕਰ ਸਕੇ, ਰਾਈਟ ਨਾ ਕਰ ਸਕੇ, ਤਾਂ ਨਿਤਿਸ਼ ਮੇਰੀ ਫਾਈਲ ਨੂੰ ਓਨਲੀ ਓਪਨ ਕਰਕੇ ਦੇਖ ਲੂਗਾ, ਮੇਰੀ ਫਾਈਲ ਨੂੰ ਡਿਲੀਟ ਨਹੀਂ ਕਰ ਸਕੂਗਾ, ਮੇਰੀ ਫਾਈਲ ਦੇ ਵਿੱਚ ਓਵਰ ਰਾਈਟਿੰਗ ਜਾਂ ਚੇਂਜਸ ਨਹੀਂ ਕਰ ਸਕੂਗਾ। ਜੇ ਮੈਂ ਨਿਤਿਸ਼ ਨੂੰ ਰਾਈਟ ਦੇ ਦੂੰਗਾ ਕਿ ਨਿਤਿਸ਼ ਹੈਜ਼ ਰਾਈਟ, ਜਾਂ ਨਿਤਿਸ਼ ਨੂੰ ਮੈਂ ਪਰਮਿਸ਼ਨ ਦੇਤੀ ਕਿ ਉਹ ਮੇਰੀ ਫਾਈਲ ਨੂੰ ਓਪਨ ਕਰਕੇ ਐਡਿਟ ਵੀ ਕਰ ਪਾਵੇ, ਤਾਂ ਉਹ ਐਡਿਟ ਕਰ ਪਾਊਗਾ। ਇੱਦਾਂ ਦੇ ਫੀਚਰਸ ਨੇ ਆਪਰੇਟਿੰਗ ਸਿਸਟਮ ਦੇ ਵਿੱਚ। ਇਹ ਜਿਹੜੀ ਸਟੱਡੀ ਹੈ ਤੁਹਾਡੀ ਹੁਣ, ਇਹਦੇ 'ਚ ਇਹ ਨਹੀਂ ਆਪਾਂ ਸਿੱਖ ਰਹੇ ਕਿ ਕਿਵੇਂ ਕਰਨਾ ਆ, ਇਹ ਹੈ ਕਿ ਵੀ ਇਹ ਚੀਜ਼ਾਂ ਵੀ ਇਸ ਲਾਈਨ ਦੇ ਵਿੱਚ, ਇਸ ਫੀਲਡ 'ਚ ਹੈਗੀਆਂ ਨੇ। ਦਿਸ ਸਬਜੈਕਟ ਦਾ ਨਾਮ ਹੀ ਹੈ ਐਕਸਪੋਜ਼ਰ ਟੂ ਕੰਪਿਊਟਰ ਡਿਸਿਪਲਿਨਸ, ਕਿ ਕੰਪਿਊਟਰ ਦੀ ਜਿਹੜੀ ਸਟੱਡੀ ਹੈ ਉਹਦੇ 'ਚ ਕਿਹੜੇ ਕਿਹੜੇ ਸਬਜੈਕਟ ਨੇ, ਕਿਹੜੇ ਸਬਜੈਕਟ 'ਚ ਕੀ ਹੁੰਦਾ ਆ, ਕਿਵੇਂ ਹੁੰਦਾ ਆ, ਉਹ ਇਸ ਦਾ ਪਾਰਟ ਨਹੀਂ ਹੈ। ਉਹ ਅੱਗੇ ਸਬਜੈਕਟ ਜਦੋਂ ਹੋਊਗਾ ਉਦੋਂ ਪਤਾ ਲੱਗੂਗਾ। ਆਪਾਂ ਕਿਵੇਂ ਨਹੀਂ ਕਰ ਰਹੇ ਨਾ, ਕੀ ਹੋ ਸਕਦਾ ਉਹ ਕਰ ਰਹੇ ਆ। ਅੱਗੇ ਅਗਲਾ ਕੀ ਹੈ, ਆਹ ਜਿਹੜੀਆਂ ਕਮਾਂਡਾਂ ਲਿਖੀਆਂ ਨਾ CP, ਇਹ ਕਮਾਂਡਾਂ ਯੂਨਿਕਸ ਦੀਆਂ ਨੇ। LS, ਜਿਵੇਂ ਮੈਂ ਇੱਥੇ ਕਮਾਂਡ ਦਿੱਤੀ ਸੀ dir ਡਾਇਰੈਕਟਰੀ, ਯੂਨਿਕਸ 'ਚ ਕਮਾਂਡ ਹੈਗੀ ਆ LS ਸਟੈਂਡਸ ਫਾਰ ਲਿਸਟ। ਅਤੇ ਆਹ ਜਿਵੇਂ ਲਿਖਿਆ ਨਾ RWX, R ਦਾ ਮਤਲਬ ਹੈਗਾ ਰੀਡ, ਕਿ ਮੈਂ ਫਾਈਲ ਨੂੰ ਮੈਂ ਉਹ 'ਤੇ ਪਰਮਿਸ਼ਨ ਮਾਈਨਸ ਕਰਤੀ, -R, ਇਹਦਾ ਮਤਲਬ ਕਿ ਮੈਂ ਰੀਡ ਕਰਨ ਦੀ ਪਰਮਿਸ਼ਨ ਹਟਾ ਰਿਹਾ। W ਰਾਈਟ ਕਰਨ ਦੀ, X ਐਗਜ਼ੀਕਿਊਟ ਕਰਨ ਦੀ। ਤੋ ਪਰਮਿਸ਼ਨਾਂ ਦੇਣ ਵੇਲੇ ਇਹਨਾਂ ਕੋਡਾਂ ਦੀ ਵਰਤੋਂ ਹੁੰਦੀ ਆ। ਹਾਲੇ ਆਪਾਂ ਇਹਨੂੰ ਟੋਟਲੀ ਇਗਨੋਰ ਕਰ ਰਹੇ ਹਾਂ, ਵੀ ਆਰ ਨਾਟ ਯੂਜ਼ਿੰਗ ਦਿਸ, ਕਿ ਕਿਵੇਂ ਹੋ ਰਹੀਆਂ ਨੇ। ਕਮਾਂਡਾਂ ਦੇ ਕੇ ਆਪਾਂ ਪਰਮਿਸ਼ਨ ਦੇ ਸਕਦੇ ਹਾਂ ਜਾਂ ਪਰਮਿਸ਼ਨ ਹਟਾ ਸਕਦੇ ਹਾਂ, ਗ੍ਰਾਂਟ ਪਰਮਿਸ਼ਨ ਜਾਂ ਰਿਵੋਕ ਪਰਮਿਸ਼ਨ। ਇਹ ਸਾਰਾ ਕੁਛ ਚੈਕਿੰਗ ਕਰੈਕਟਰ ਡਿਵਾਈਸ ਸੱਚ ਐਸ ਟਰਮੀਨਲ, ਯੂਜ਼ਰ ਗਰੁੱਪ, ਰੀਡ ਰਾਈਟ, ਇਹ ਥਿੰਗਸ ਆਪਣੇ ਸੈਕਿੰਡ ਸਮੈਸਟਰ ਦੇ ਵਿੱਚ ਆ ਜਾਣਗੀਆਂ ਨੇ, ਉਦੋਂ ਹੀ ਕਰਾਂਗੇ। ਆ CH ਮੋਡ ਕਮਾਂਡ ਹੈ, ਚੇਂਜ ਮੋਡ, ਪਰਮਿਸ਼ਨ, ਫਾਈਲ ਨੇਮ, ਯਾਨੀ ਇਸ ਤਰ੍ਹਾਂ ਕਮਾਂਡ ਦਿੰਦੇ ਹੁੰਦੇ ਆ। CH ਮੋਡ, ਫਿਰ ਕਿਹੜੀ ਪਰਮਿਸ਼ਨ, ਕਿਹੜੀ ਫਾਈਲ ਦੇ ਉੱਤੇ, ਯੂਜ਼ਰ ਗਰੁੱਪ, ਕਿਹੜੇ ਯੂਜ਼ਰ ਨੂੰ ਕਿਹੜੀ ਪਰਮਿਸ਼ਨ ਦੇਣੀ ਹੈ। ਇਹਨੂੰ ਆਪਾਂ ਹਾਲੇ ਨਹੀਂ ਸਿੱਖ ਰਹੇ ਹੈਗੇ, ਇਹ ਆਪਣੇ ਕਨਫਿਊਜ਼ਨ ਵਾਲਾ ਪਾਰਟ ਆਊਗਾ ਹਾਲੇ ਜੇ ਆਪਾਂ ਯੂਜ਼ ਕਰਦੇ ਹਾਂ, ਕਿਉਂਕਿ ਪ੍ਰੈਕਟੀਕਲ ਸਾਡੇ ਕੋਰਸ 'ਚ ਹੈ ਨਹੀਂ ਗਾ, ਇਕੱਲਾ ਥਿਓਰੈਟੀਕਲ ਹੈ। ਵੀ ਆਰ ਸਕਰੋਲਿੰਗ ਜਸਟ ਅਬਾਊਟ, ਕਿ ਇੱਦਾਂ ਦੇ ਕੁਐਸਚਨ ਤਾਂ ਇਹੀ ਹੈ ਨਾ, ਇਹਨਾਂ 'ਚ ਡਿਟੇਲ ਜ਼ਿਆਦਾ ਦਿੱਤੀ ਹੈ। ਕੁਐਸਚਨ ਸਿਰਫ ਇੰਨਾ ਕੀ ਹੈ ਕਿ ਸ਼ੇਅਰਿੰਗ ਆਫ ਫਾਈਲਸ ਕੀ ਹੁੰਦੀਆਂ ਨੇ, ਤਾਂ ਉੱਥੇ ਤੁਸੀਂ ਆਨਸਰ ਇਸ ਹਿਸਾਬ ਨਾਲ ਬਣਾ ਲਓਗੇ ਕਿ ਜਿਹੜੀ ਫਾਈਲ ਹੈ ਉਹਦੀ ਆਪਾਂ ਪਰਮਿਸ਼ਨ ਸੈੱਟ ਕੀਤੀ ਹੋਊਗੀ, ਦੈਨ ਉਹ ਵਿਅਕਤੀ ਉਹ ਪਰਮਿਸ਼ਨ ਦੇ ਮੁਤਾਬਕ ਹੀ ਸਾਡੀ ਫਾਈਲ ਨੂੰ ਐਕਸੈਸ ਕਰ ਸਕਦਾ ਹੈ, ਅਦਰਵਾਈਜ਼ ਨਹੀਂ। ਇਹਦੇ 'ਤੇ ਇਹ ਕਮਾਂਡਸ ਬਾਰੇ ਲਿਖਿਆ ਜ਼ਿਆਦਾ ਹੋਇਆ। ਆਪਾਂ ਅਗਲੇ ਕੁਐਸਚਨ 'ਤੇ ਚੱਲਦੇ ਹਾਂ। ਉਹਨੂੰ ਆਪਾਂ ਐ ਕਹਿ ਲਾ ਸਕਿਪ ਕਰਤਾ, ਵੱਟ ਲਿਖਣਾ ਸੀ, ਸਪੈਲਿੰਗ ਗਲਤ ਪਾਏ ਹੋਏ ਨੇ। what are utility softwares ਜਾਂ what are system softwares। ਜਿੱਦਾਂ ਆਪਾਂ ਸਟਾਰਟ 'ਤੇ ਕਲਿੱਕ ਕਰੀਏ, ਇੱਥੇ ਬਹੁਤ ਸਾਰੀਆਂ ਐਪਸ ਨੇ। ਕੁਛ ਐਪਸ ਇੱਦਾਂ ਦੀਆਂ ਜਿਹੜੀਆਂ ਵਿੰਡੋਜ਼ ਨਾਲ ਫ੍ਰੀ ਮਿਲੀਆਂ ਹੋਈਆਂ ਨੇ, ਜਿਵੇਂ ਮੈਂ ਇੱਕ ਯੂਜ਼ ਕਰਦਾ ਡੀਫਰੈਗਮੈਂਟ ਕਰਨ ਵਾਸਤੇ ਕਮਾਂਡ ਹੈ ਡੀਫਰੈਗਮੈਂਟ ਐਂਡ ਆਪਟੀਮਾਈਜ਼ ਡਿਵਾਈਸ, ਆਪਟੀਮਾਈਜ਼ ਡਰਾਈਵਸ। ਆਪਣੇ ਕੋਲ ਹਾਰਡ ਡਿਸਕ ਹੈ, ਹਾਰਡ ਡਿਸਕ ਦੇ ਵਿੱਚ ਫਾਈਲਾਂ ਸੇਵ ਹੁੰਦੀਆਂ ਨੇ। ਪੋਸੀਬਿਲਿਟੀ ਹੋ ਜਾਂਦੀ ਹੈ ਕਿ ਇੱਕ ਫਾਈਲ ਦੇ ਟੁਕੜੇ ਹੋਏ ਨੇ, ਇੱਕ ਫਾਈਲ ਡਿਸਕ ਵਿੱਚ ਇੱਕ ਥਾਂ 'ਤੇ ਇਕੱਠੀ ਨਹੀਂ ਪਈ ਹੈਗੀ, ਫਾਈਲ ਵੱਡੀ ਹੈ, ਉਹਨੂੰ ਸਪੇਸ ਅੱਧੀ ਕਿਤੇ ਮਿਲੀ, ਅੱਧੀ ਕਿਤੇ ਮਿਲੀ, ਅੱਧੀ ਕਿਤੇ ਮਿਲੀ, ਤਾਂ ਉਹ ਫਾਈਲ ਦੇ ਫਰੈਗਮੈਂਟਸ ਹੋਏ ਨੇ।
ਉਹ ਫਾਈਲ ਦੀਆਂ ਫਰੈਗਮੈਂਟਸ ਨੂੰ ਤੋੜਨਾ ਹੋਵੇ ਉਹਦੇ ਵਾਸਤੇ ਇਹ ਇੱਕ ਯੂਟਿਲਿਟੀ ਵਿੰਡੋਜ਼ ਨੇ ਆਪਾਂ ਨੂੰ ਦਿੱਤੀ ਹੋਈ ਹੈ। ਇਹ ਇੱਕ ਐਗਜ਼ਾਮਪਲ ਸੀ। ਇੱਦਾਂ ਦੀਆਂ ਕਿੰਨੀਆਂ ਸਾਰੀਆਂ ਯੂਟਿਲਿਟੀਜ਼ ਨੇ। ਇੱਕ ਹੈਗਾ ਔਨ ਸਕਰੀਨ ਕੀਬੋਰਡ। ਮੰਨ ਲਓ ਸਕਰੀਨ 'ਤੇ ਸਾਨੂੰ ਕੀਬੋਰਡ ਦਿਖ ਜਾਊਗਾ, ਆਪਾਂ ਉਹ ਸਕਰੀਨ ਦੇ ਕੀਬੋਰਡ ਨਾਲ ਮਾਊਸ ਨਾਲ ਕਲਿੱਕ ਕਰਕੇ ਟਾਈਪਿੰਗ ਕਰ ਸਕਦੇ ਹਾਂ। ਇਹ ਵੀ ਇੱਕ ਯੂਟਿਲਿਟੀ ਹੈ। ਇਹਨੂੰ ਆਪਾਂ ਸਾਰਿਆਂ ਨੂੰ ਆਪਾਂ ਯੂਟਿਲਿਟੀਜ਼ ਵੀ ਕਹਿ ਦਿੰਦੇ ਹਾਂ, ਸਿਸਟਮ ਸਾਫਟਵੇਅਰ ਵੀ ਕਹਿ ਦਿੰਦੇ ਹਾਂ। ਇੱਦਾਂ ਹੀ ਮੈਂ ਹੋਰ ਕੋਈ ਐਗਜ਼ਾਮਪਲ ਦੇਣਾ। ਸਪੋਜ਼ ਕਰੋ ਇੱਕ ਹੈਗੀ ਕੰਪਿਊਟਰ ਮੈਨੇਜਮੈਂਟ। ਇਹ ਇੱਕ ਕਮਾਂਡ ਹੈ। ਇਹਦਾ ਕੰਮ ਹੈਗਾ ਕੰਪਿਊਟਰ ਦੀਆਂ ਡਿਸਕ ਨੂੰ ਮੈਨੇਜ ਕਰ ਸਕਦੇ ਹਾਂ, ਡਿਸਕ ਵਿੱਚ ਪਾਰਟੀਸ਼ਨਸ ਬਣਾ ਸਕਦੇ ਹਾਂ। ਤਾਂ ਇਹ ਜਿਹੜੀਆਂ ਯੂਟਿਲਿਟੀਜ਼ ਵਿੰਡੋ ਸਾਨੂੰ ਦੇ ਰਹੀ ਇਹਨੂੰ ਆਪਾਂ ਯੂਟਿਲਿਟੀ ਸਾਫਟਵੇਅਰ ਕਹਿ ਦਿੰਦੇ ਹਾਂ। ਦੇਰ ਆਰ ਮੈਨੀ ਯੂਟਿਲਿਟੀ ਸਾਫਟਵੇਅਰਸ। ਮੈਂ 2-3 ਦੀ ਐਗਜ਼ਾਮਪਲ ਦਿੱਤੀ ਹੈ। ਇਹਨਾਂ ਨੂੰ ਆਪਾਂ ਸਿਸਟਮ ਸਾਫਟਵੇਅਰ ਵੀ ਕਹਿ ਦਿੰਦੇ ਹਾਂ। Utility software is a kind of system software designed to help analyze, configure, optimize, and maintain a computer. A single piece of utility software is usually called utility ਜਾਂ tool ਕਹਿ ਲਓ। ਇਹ tools ਨੇ। System tools ਵੀ ਕਹਿ ਦਿੰਦੇ ਆ। ਤੁਸੀਂ ਦੇਖਿਓ ਮੈਂ ਇੱਥੇ ਦਿਖਾਉਣਾ, ਆਹ ਸਾਰੀਆਂ ਕਮਾਂਡਸ ਨੇ। ਇਹਨਾਂ ਦੇ ਵਿੱਚੋਂ ਇੱਕ ਕਮਾਂਡ ਹੋਊਗੀ ਆਲ ਪ੍ਰੋਗਰਾਮਸ। ਕਿੱਥੇ ਆ ਇਹ ਸਾਰੇ ਹੋਤਰ ਆਏ ਹੋਏ ਨੇ ਨਾ। ਕਮਾਂਡ ਅੱਗੇ ਹੁੰਦਾ ਸੀਗਾ ਆਲ ਪ੍ਰੋਗਰਾਮਸ। ਸਾਰੇ ਪ੍ਰੋਗਰਾਮਸ ਹੀ ਨੇ। ਇਹਨਾਂ ਦੇ ਵਿੱਚ ਅਸੈਸਰੀਜ਼ ਕਮਾਂਡ ਮੈਂ ਲੱਭਦਾ। ਅਸੈਸਰੀਜ਼ ਦੇ ਵਿੱਚ ਇੱਕ ਸਿਸਟਮ ਟੂਲਸ ਕਮਾਂਡ ਹੁੰਦੀ ਸੀ, ਮੇਬੀ ਹੁਣ ਵੀ ਹੋਵੇ, ਇਹ ਵਿੰਡੋਜ਼ ਦੇ ਵਿੱਚ ਵੀ ਹੋਵੇ। ਕੈਲਕੂਲੇਟਰ, ਇਹ ਸਾਰੇ ਅਲਫਾਬੈਟਿਕ ਦੂਜੇ ਨਾਲ ਪਾਏ ਹੋਏ ਨੇ, ਹੁਣ ਨਹੀਂ ਹੈ, ਡਿਫਰੈਂਟ ਹੋ ਗਿਆ। ਸਿਸਟਮ ਟੂਲਸ ਲਿਖ ਕੇ ਦੇਖਿਓ। ਹੁਣ ਇਹਨਾਂ ਨੇ ਮਿਕਸ ਜੀ ਕਰਤੀ ਹੈ ਕਮਾਂਡ। ਅੱਗੇ ਹੁੰਦੀ ਸੀ ਸਟਾਰਟ 'ਤੇ ਕਲਿੱਕ ਕਰਦੇ ਹਾਂ ਆਲ ਪ੍ਰੋਗਰਾਮਸ, ਉਹਦੇ ਅੰਦਰ ਅਸੈਸਰੀਜ਼ ਦੇ ਵਿੱਚ ਸਿਸਟਮ ਟੂਲਸ, ਉਹਦੇ ਸਾਰੇ ਸਿਸਟਮ ਟੂਲਸ ਇਕੱਠੇ ਪਏ ਹੁੰਦੇ ਸੀਗੇ। ਤੋ ਜਿਵੇਂ ਮਿਊਜ਼ਿਕਸ ਲਿਸਨ, ਆਪਾਂ ਕੋਈ ਵੀਡੀਓ ਚਲਾਉਣੀ ਹੈ, ਵੀਡੀਓ ਚਲਾਉਣ ਵਾਸਤੇ ਇਹ 'ਚ ਪ੍ਰੋਗਰਾਮ ਵਿੰਡੋਜ਼ 'ਚ ਇਨਬਿਲਟ ਹੈਗਾ ਆ ਮੀਡੀਆ ਪਲੇਅਰ। ਇੱਥੇ ਲਿਖ ਕੇ ਦੇਖੀਏ ਵਿੰਡੋਜ਼ ਮੀਡੀਆ ਪਲੇਅਰ, ਦਿਸ ਯੂਟਿਲਿਟੀ ਹੈ। ਇਹ ਆਪਾਂ ਯੂਜ਼ ਕਰ ਸਕਦੇ ਹਾਂ ਕੋਈ ਵੀਡੀਓ ਆਪਣੇ ਕੰਪਿਊਟਰ 'ਚ ਸੇਵ ਉਹਨੂੰ ਪਲੇ ਕਰਨ ਵਾਸਤੇ। So these are tools, or we can say these are utility programs. Next, real time operating system ਬਾਰੇ ਪਹਿਲਾਂ ਵੀ ਇੱਕ ਵਾਰੀ ਗੱਲ ਛੋਟੀ ਜਿਹੀ ਕੀਤੀ ਸੀ ਕਿ ਦੁਬਾਰਾ ਆ ਗਈ ਇਹ ਗੱਲ। Real time operating systems are used to control machinery, scientific instrument, and industrial systems such as embedded systems, programmable thermostat, household appliances, controllers, etc. ਗੱਲ ਕੀ ਕਿ ਜਿਹੜੀਆਂ ਕੰਪਿਊਟਰ 'ਚ ਆਪਰੇਟਿੰਗ ਸਿਸਟਮ ਆਪਾਂ ਵਰਤਦੇ ਹਾਂ ਵਿੰਡੋਜ਼ ਹੈ। ਇੱਦਾਂ ਹੀ ਮੈਂ ਜਿਵੇਂ ਦੱਸਿਆ ਸੀ ਕੱਲ੍ਹ ਵੀ ਕਿ ਜਿਹੜੇ ਇਲੈਕਟ੍ਰੋਨਿਕ ਇਕਵਿਪਮੈਂਟਸ ਨੇ ਉਹਨਾਂ ਦੇ ਵਿੱਚ ਵੀ ਕਮਾਂਡਾਂ ਚੱਲਦੀਆਂ ਨੇ ਕਿ ਆਹ ਕਮਾਂਡ ਦਿੱਤੀ ਆਹ ਕੰਮ ਕਰੂਗਾ, ਕਮਾਂਡ ਦਿੱਤੀ ਇਹ ਕੰਮ ਕਰੂਗਾ। ਉਹ ਕਮਾਂਡਾਂ ਨੂੰ ਪ੍ਰੋਸੈਸ ਕਰਨ ਵਾਸਤੇ ਜ਼ਰੂਰੀ ਹੈ ਕਿ ਕੋਈ ਨਾ ਕੋਈ ਆਪਰੇਟਿੰਗ ਸਿਸਟਮ ਹੋਵੇ। ਇੱਦਾਂ ਦੇ ਆਪਰੇਟਿੰਗ ਸਿਸਟਮਸ ਨੂੰ ਜਿਹੜੇ ਮਸ਼ੀਨ 'ਚ ਯੂਜ਼ ਹੁੰਦੇ ਨੇ ਉਹਨਾਂ ਨੂੰ RTOS, ਰੀਅਲ ਟਾਈਮ ਆਪਰੇਟਿੰਗ ਸਿਸਟਮ ਕਹਿ ਦਿੰਦੇ ਆ। ਇਹਨਾਂ ਦਾ ਜਿਹੜਾ ਯੂਜ਼ਰ ਇੰਟਰਫੇਸ ਹੈ ਲਿਮਟਿਡ ਹੈ, ਥੋੜ੍ਹਾ ਜਿਹਾ ਇੰਟਰਫੇਸ ਹੈ। ਨੈਕਸਟ ਗੱਲ ਕਰੀਏ, ਅਗਲਾ ਚੈਪਟਰ ਆ ਗਿਆ